ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਕਤਕ ਕਰਮ ਕਮਾਵਨੇ, ਦੋਸ਼ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਵੇਮੁਖ ਹੋਏ RAM ਤੇ, ਲੱਗਨ ਜਨਮ ਵਿਜੋਗ। ਖਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ। ਕੀਤਾ ਕਿਛੂ ਨਾ ਹੋਵੇ, ਲਿਖਿਆ ਧਰ ਸੰਜੋਗ। ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਲਹਿ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਨਾਨਕ ਕੋ ਪ੍ਰਭ ਰਾਖ ਲਹਿ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿੰਨਾਂ ਦੀ ਰਾਗ ਮਾਝ ਦੇ ਵਿੱਚ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ 12 ਮਾਹ, ਜਿਸ ਦੇ ਵਿੱਚੋਂ ਆਪ ਜੀ ਨੇ ਕੱਤਕ ਦੇ ਮਹੀਨੇ ਦਾ, ਕੱਤਕ ਦੇ ਸ਼ਬਦ ਦਾ ਪਾਠ ਸਰਵਣ ਕੀਤਾ ਹੈ। ਆਓ ਸਤਿਗੁਰੂ ਸਾਹਿਬ ਜੀ ਨੇ ਜੋ ਕੱਤਕ ਦੇ ਮਹੀਨੇ ਦੇ ਰਾਹੀਂ ਸਮੁੱਚੀ ਮਨੁੱਖਤਾ ਨੂੰ ਸ਼ੁਭ ਉਪਦੇਸ਼ ਸੰਦੇਸ਼ ਬਖਸ਼ਿਸ਼ ਕੀਤਾ ਹੈ, ਵਿਚਾਰ ਸਰਵਣ ਕਰਨ ਦੀ ਕਿਰਪਾਲਤਾ ਕਰੋ। ਸਾਰੀਆਂ ਸੰਗਤਾਂ, ਯੂਕੇ, ਯੂਰਪ, ਸੰਸਾਰ ਭਰ ਦੀਆਂ ਸੰਗਤਾਂ ਜੋ ਅਕਾਲ ਚੈਨਲ ਦੇ ਰਾਹੀਂ ਇਸ ਵੇਲੇ ਗੁਰੂ ਦੀ ਅਸੀਸ ਬਖਸ਼ੀਸ਼ ਪ੍ਰਾਪਤ ਕਰ ਰਹੇ ਹੋ, ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਮਹੀਨੇ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪਾਂ ਸਾਰੀ ਮਨੁੱਖਤਾ ਦੇ ਵਾਸਤੇ, ਸਾਰੇ ਸੰਸਾਰ ਦੇ ਭਲੇ ਦੇ ਵਾਸਤੇ, ਕਿਉਂਕਿ ਅੱਜ ਸਾਰੇ ਸੰਸਾਰ ਦੇ ਅੰਦਰ ਇਹ ਭਿਆਨਕ ਬਿਮਾਰੀ, ਮਹਾਮਾਰੀ, ਕਰੋਨਾ ਵਾਇਰਸ ਦੀ ਬਿਮਾਰੀ ਜੋ ਹੈ, ਇਹ ਸਾਰਾ ਸੰਸਾਰ ਪੁਕਾਰ ਕਰ ਰਿਹਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਫਰਮਾਨ ਕੀਤਾ ਹੈ ਕਿ ਧਰਤੀ ਦੇ ਜੀਵ ਅਤਿਅੰਤ ਦੁਖੀ ਹੋਏ ਤੇ ਉਹਨਾਂ ਨੇ ਪਰਮਾਤਮਾ ਦੇ ਅੱਗੇ ਪੁਕਾਰ ਕੀਤੀ। ਧਰਤੀ ਆਖਦੀ ਹੈ ਕਿ ਹੇ ਵਾਹਿਗੁਰੂ, ਮੈਂ ਬਹੁਤ ਦੁਖੀ ਹਾਂ ਤੇ ਸਾਡੀ ਅਰਦਾਸ ਸੁਣ, ਸਾਡੀ ਪ੍ਰਾਰਥਨਾ ਸੁਣ। ਤੇ ਧਰਤੀ ਦੇ ਜੀਵਾਂ ਦੀ ਪੁਕਾਰ ਨੂੰ ਸੁਣ ਕੇ ਸਿੱਖ ਜਗਤ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਿ ਧਰਤੀ ਦੀ ਪੁਕਾਰ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਪਰਮਾਤਮਾ ਨੇ ਸੰਸਾਰ ਦੇ ਵਿੱਚ ਭੇਜਿਆ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਤੇ ਅੱਜ ਵੀ ਆਪਾਂ ਅਰਦਾਸ ਕਰੀਏ ਕਿ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਜਿਤ ਦੁਆਰੇ ਉਭਰੈ, ਤਿਤੈ ਲਿਹੋ ਉਭਾਰ। ਮਹੀਨੇ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪਾਂ ਸਾਰੇ ਅਰਦਾਸ ਕਰੀਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ। ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਬਾਲਾ ਪ੍ਰੀਤਮ ਸਤਿਗੁਰੂ ਸਾਹਿਬ ਜੀ, ਸਾਡੇ ਜੀਵਾਂ ਦੇ ਔਗਣ ਨਾ ਚਿਤਾਰੋ,
ਸਾਡੀਆਂ ਭੁੱਲਾਂ ਨਾ ਚਿਤਾਰੋ, ਕਿਉਂਕਿ ਅਸੀਂ ਤੇ ਅਵਗੁਣਾਂ ਦੇ ਨਾਲ ਭਰੇ ਹੋਏ ਹਾਂ। ਹਮਰੇ ਅਵਗੁਣ ਬਹੁਤ ਬਹੁਤ ਹੈ, ਬਹੁ ਬਾਰ ਬਾਰ ਹਰ ਗਣਤ ਨ ਆਵੇ। ਮਾਲਕਾ, ਇਤਨੇ ਸਾਡੇ ਵਿੱਚ ਅਵਗੁਣ ਨੇ, ਇੰਨੇ ਔਗਣ ਨੇ, ਇੰਨੇ ਵਿਕਾਰ ਨੇ, ਇਹ ਗਿਣੇ ਨਹੀਂ ਜਾ ਸਕਦੇ ਸਤਿਗੁਰੂ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਹਮ ਅਵਗਨ ਭਰੇ ਏਕ ਗੁਣ ਨਾਹੀ। ਮਾਲਕਾ, ਅਵਗਨ ਹੀ ਅਵਗਨ ਹਨ ਸਾਡੇ ਵਿੱਚ, ਇਸ ਕਰਕੇ ਕਿਰਪਾ ਕਰ ਦੋ, ਰਹਿਮਤ ਕਰ ਦੋ। ਸੋ ਸਾਰੇ ਸੰਸਾਰ ਦੇ ਭਲੇ ਦੇ ਲਈ, ਸਾਰੇ ਸੰਸਾਰ ਦੇ ਦੁੱਖਾਂ ਦੀ ਨਿਵਰਤੀ ਦੇ ਲਈ ਅੱਜ ਗੁਰੂ ਸਾਹਿਬ ਜੀ ਦੇ ਕੋਲ ਤਰਲਾ ਕਰੀਏ, ਸਤਿਗੁਰੂ ਸਾਹਿਬ ਜੀ ਦੇ ਕੋਲ ਪ੍ਰਾਰਥਨਾ ਕਰੀਏ ਕਿ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤੁਹਾਡੇ ਤੋਂ ਬਿਨਾਂ ਕਿਹਦੇ ਕੋਲ ਅਰਦਾਸ ਕਰੀਏ? ਤੁਹਾਡੇ ਤੋਂ ਬਿਨਾਂ ਹੋਰ ਸਾਡਾ ਹੈ ਕੌਣ? ਕਿਸ ਅੱਗੇ ਜੋਦੜੀ ਕਰੀਏ, ਕਿਸ ਅੱਗੇ ਤਰਲਾ ਕਰੀਏ? ਸਾਹਿਬ ਜੀ ਦੇ ਬਚਨ ਨੇ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ। ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਮਾਲਕਾ, ਮੈਨੂੰ ਹੋਰ ਕੋਈ ਥਾਂ ਹੀ ਨਹੀਂ ਤੇਰੇ ਤੋਂ ਬਿਨਾਂ, ਜਿਹਦੇ ਕੋਲ ਅਸੀਂ ਜੋਦੜੀ ਕਰ ਸਕੀਏ, ਜਿਹਦੇ ਕੋਲ ਅਰਦਾਸ ਕਰ ਸਕੀਏ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਗੁਰੂ ਹੀ ਸਭ ਤੋਂ ਵੱਡਾ ਵੈਦ ਹੈ, ਗੁਰੂ ਹੀ ਸਭ ਤੋਂ ਵੱਡਾ ਡਾਕਟਰ ਹੈ। ਇਸ ਲਈ ਗੁਰੂ ਦੇ ਕੋਲ ਆਪਾਂ ਪ੍ਰਾਰਥਨਾ ਕਰਨੀ ਹੈ, ਗੁਰੂ ਦੇ ਕੋਲ ਅਰਦਾਸ ਕਰਨੀ ਹੈ। ਸਤਿਗੁਰੂ ਜੀ ਕਿਰਪਾ ਕਰੋ, ਰਹਿਮਤ ਕਰੋ। ਤੇ ਆਓ ਹੁਣ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲਈਏ, ਪ੍ਰਾਪਤ ਕਰੀਏ। ਸਤਿਗੁਰੂ ਸਾਹਿਬ ਜੀ ਨੇ ਜੋ ਕੱਤਕ ਦੇ ਮਹੀਨੇ ਦਾ ਉਪਦੇਸ਼ ਸੰਦੇਸ਼ ਬਖਸ਼ਿਸ਼ ਕੀਤਾ ਹੈ, ਬੜੇ ਪਿਆਰ ਦੇ ਨਾਲ ਸਰਵਣ ਕਰੋ। ਸਾਰੇ ਪਿਆਰ ਵਿੱਚ ਆ ਕੇ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਕੱਤਕ ਕਰਮ ਕਮਾਵਨੇ, ਦੋਸ਼ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਸਤਿਗੁਰੂ ਜੀ ਕੱਤਕ ਦੇ ਮਹੀਨੇ ਦਾ ਉਪਦੇਸ਼ ਦਿੰਦੇ ਫਰਮਾਉਂਦੇ ਨੇ ਕਿ ਮਨੁੱਖ ਦਾ ਇੱਕ ਸੁਭਾਅ ਬਣ ਗਿਆ ਹੈ, ਜੀਵਨ ਦੇ ਵਿੱਚ ਕੋਈ ਦੁੱਖ ਆ ਜਾਵੇ ਨਾ ਜੀ, ਤੇ ਮਨੁੱਖ ਸਵਾਲ ਕਰਦਾ, ਪਤਾ ਨਹੀਂ ਮੇਰੇ ਜੀਵਨ ਦੇ ਵਿੱਚ ਦੁੱਖ ਕਿਉਂ ਆਇਆ। ਆਮ ਅਕਸਰ ਕਹਿੰਦੇ ਤੁਸੀਂ ਲੋਕ ਸੁਣੇ ਨੇ, ਕਹਿਣਗੇ ਪਤਾ ਨਹੀਂ ਪਰਮਾਤਮਾ ਨੇ ਮੈਨੂੰ ਇਹ ਦੁੱਖ ਕਿਉਂ ਦੇ ਦਿੱਤਾ ਹੈ। ਜਦੋਂ ਦੁੱਖ ਆਉਂਦਾ ਹੈ ਤਾਂ ਸਵਾਲ ਪੈਦਾ ਹੋ ਜਾਂਦੇ ਨੇ। ਜਦੋਂ ਦੁੱਖ ਆਉਂਦਾ ਹੈ ਉਦੋਂ ਉਲਾਮੇ ਸ਼ੁਰੂ ਹੋ ਜਾਂਦੇ ਨੇ, ਉਦੋਂ ਗਿਲੇ, ਉਦੋਂ ਸ਼ਿਕਵੇ ਸ਼ੁਰੂ ਹੋ ਜਾਂਦੇ ਨੇ। ਪਰ ਜਦੋਂ ਸੁੱਖ ਆਉਂਦਾ ਜੀਵਨ ਦੇ ਵਿੱਚ, ਕਦੀ ਅਸੀਂ ਇਹ ਨਹੀਂ ਕਹਿੰਦੇ ਪਏ ਇਹ ਸੁੱਖ ਪਤਾ ਨਹੀਂ ਮੈਨੂੰ ਕਿਉਂ ਮਿਲਿਆ। ਜੇ ਦੁੱਖ ਆਵੇ ਤਾਂ ਗਿਲੇ, ਸੁੱਖ ਆਵੇ ਤਾਂ ਕਦੀ ਸ਼ੁਕਰਾਨਾ ਨਹੀਂ, ਕਦੀ ਅਸੀਂ ਸਵਾਲ ਨਹੀਂ ਕਰਦੇ ਪਏ ਇਹ ਸੁੱਖ ਕਿਉਂ ਮਿਲਿਆ। ਤੇ ਦੁੱਖ ਦਾ ਦੋਸ਼ੀ ਅਸੀਂ ਪਰਮਾਤਮਾ ਨੂੰ ਠਹਿਰਾ ਦਿੰਦੇ ਹਾਂ ਕਿ ਪਰਮਾਤਮਾ ਨੇ ਇਹ ਦੁੱਖ ਪਤਾ ਨਹੀਂ ਕਿਉਂ ਦਿੱਤਾ। ਤੇ ਮਨੁੱਖ ਸੋਚਦਾ ਹੈ ਕਿ ਸੁੱਖ ਜਿਹੜਾ ਹੈ, ਸੁੱਖ ਮੇਰੀ ਮਿਹਨਤ ਦੇ ਨਾਲ ਮਿਲਿਆ। ਮਨੁੱਖ ਕਹਿੰਦਾ ਹੈ ਕਿ ਇਹ ਸੁੱਖ ਮੈਨੂੰ ਤਾਂ ਮਿਲਿਆ, ਮੈਂ ਇਹ ਕੰਮ ਕੀਤਾ ਹੈ, ਮੈਂ ਮਿਹਨਤ ਕੀਤੀ ਹੈ, ਮੈਂ ਮਸ਼ੱਕਤ ਕੀਤੀ ਹੈ। ਉਹ ਭੁੱਲ ਜਾਂਦਾ ਉਸ ਪਰਮਾਤਮਾ ਨੂੰ, ਉਸ ਵਾਹਿਗੁਰੂ ਨੂੰ। ਸੋ ਸਤਿਗੁਰੂ ਜੀ ਇਸ ਸ਼ਬਦ ਦੀ ਪਹਿਲੀ ਪੰਕਤੀ ਦੇ ਅੰਦਰ ਹੀ ਕੱਤਕ ਕਰਮ ਕਮਾਵਨੇ, ਦੋਸ਼ ਨਾ ਕਾਹੂ ਜੋਗ। ਸਾਹਿਬ ਜੀ ਕਹਿੰਦੇ ਕਿਸੇ ਨੂੰ ਦੋਸ਼ ਨਾ ਦੇ, ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ,
ਦੋਸ਼ ਨਾ ਦੀਜੈ ਅਵਰ ਜਨਾ। ਕਿਸੇ ਨੂੰ ਕਿਉਂ ਦੋਸ਼ ਦੇ ਰਿਹਾ? ਗਿਆਨੀ ਸੰਤ ਸਿੰਘ ਜੀ ਮਸਕੀਨ, ਸਿੱਖ ਜਗਤ ਦੇ ਮਹਾਨ ਵਿਦਵਾਨ, ਉਹਨਾਂ ਨੇ ਜਦੋਂ ਇਸ ਮਹੀਨੇ ਦੀ ਕਥਾ ਕੀਤੀ, ਵਿਚਾਰ ਕੀਤੀ, ਤਾਂ ਉਹਨਾਂ ਨੇ ਦੱਸਿਆ ਕਰਮ 3 ਤਰ੍ਹਾਂ ਦੇ ਕਰਮ ਨੇ। ਇੱਕ ਉਹ ਹੈ ਸਰੀਰਕ ਕਰਮ, ਜਿਹੜੇ ਅਸੀਂ ਸਰੀਰ ਕਰਕੇ ਕਰਮ ਕਰਦੇ ਹਾਂ। ਸਰੀਰ ਕਰਕੇ ਕਿਸੇ ਨੂੰ ਦੁੱਖ ਦੇ ਦਿੱਤਾ, ਸਰੀਰ ਕਰਕੇ ਕਿਸੇ ਦੇ ਸਰੀਰ ਨੂੰ ਚੋਟ ਪਹੁੰਚਾ ਦਿੱਤੀ, ਕਿਸੇ ਨੂੰ ਸੱਟ ਆਦਿਕ ਲਗਾ ਦਿੱਤੀ, ਇਹ ਹੈ ਸਰੀਰਕ ਕਰਮ। ਤੇ ਦੂਸਰੇ ਕਰਮ ਨੇ ਵਾਚਕ ਕਰਮ, ਜਿਹੜੇ ਅਸੀਂ ਬੋਲ ਕੇ ਕਰਦੇ ਹਾਂ। ਕਿਸੇ ਨੂੰ ਮੰਦਾ ਬੋਲ ਦਿੱਤਾ ਹੈ, ਕਿਸੇ ਨੂੰ ਕੋਝਾ ਬੋਲ ਦਿੱਤਾ ਹੈ, ਕਿਸੇ ਨੂੰ ਫਿੱਕਾ ਬੋਲ ਦਿੱਤਾ ਹੈ, ਕਿਸੇ ਨੂੰ ਐਸਾ ਬੋਲ ਦਿੱਤਾ ਹੈ, ਐਸਾ ਕੌੜਾ ਬੋਲ ਦਿੱਤਾ ਹੈ ਕਿ ਸਾਰੀ ਜ਼ਿੰਦਗੀ ਉਹ ਇਨਸਾਨ ਉਸ ਦੇ ਕੌੜੇ ਬੋਲ ਨੂੰ ਚੇਤਾ ਕਰਦਾ ਰਹਿੰਦਾ। ਕੌੜਾ ਬੋਲ ਕੇ, ਫਿੱਕਾ ਬੋਲ ਕੇ ਕਿਸੇ ਦਾ ਦੁੱਖ ਦਿਖਾ ਦਿੱਤਾ ਹੈ। ਇਹ ਹੈ ਵਾਚਕ ਕਰਮ। ਤੇ ਤੀਸਰਾ ਹੈ ਮਾਨਸਿਕ ਕਰਮ, ਕਿਸੇ ਦਾ ਬੁਰਾ ਸੋਚੀ ਜਾਣਾ। ਕਈ ਮਨੁੱਖ ਐਸੇ ਨੇ ਜਿਹੜੇ ਕਿਸੇ ਦਾ ਸੁੱਖ ਵੇਖ ਕੇ ਨਾ ਜੀ ਉਸ ਦਾ ਬੁਰਾ ਸੋਚੀ ਜਾਣਗੇ। ਕਈ ਜਾਣ ਕੇ ਪਏ ਇਸ ਦੇ ਕੋਲ ਇਹ ਸੁੱਖ ਕਿਉਂ ਹੈ, ਇਸ ਨੂੰ ਕੋਈ ਦੁੱਖ ਕਿਉਂ ਨਹੀਂ, ਇਸ ਦੇ ਕੋਲ ਸੰਤਾਨ ਕਿਉਂ ਹੈ, ਇਸ ਦੇ ਕੋਲ ਆ ਚੰਗਾ ਘਰ ਕਿਉਂ ਹੈ, ਇਸ ਦੇ ਕੋਲ ਚੰਗੀਆਂ ਗੱਡੀਆਂ ਕਿਉਂ ਨੇ, ਇਸ ਦਾ ਇੰਨਾ ਵਧੀਆ ਕਾਰੋਬਾਰ ਕਿਉਂ ਹੈ। ਉਹ ਇਸੇ ਕਰਕੇ ਸੋਚਦੇ ਰਹਿਣਗੇ। ਸਤਿਗੁਰੂ ਸਾਹਿਬ ਜੀ ਨੇ ਬੜਾ ਸੁੰਦਰ ਫਰਮਾਨ ਦਿੱਤਾ ਹੈ, ਜਿਹੜਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਰਾਗ ਸੋਰਠ ਦੇ ਵਿੱਚ ਹੈ ਨਾ, ਸੋਰਠ ਮਹੱਲਾ ਪਹਿਲਾ, ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਸਤਿਗੁਰੂ ਸਾਹਿਬ ਜੀ ਨੇ ਇੱਕ ਕਿਰਸਾਨ ਦੀ ਉਦਾਹਰਣ ਦੇ ਕੇ, ਇੱਕ ਜ਼ਿਮੀਂਦਾਰ ਦੀ ਉਦਾਹਰਣ ਦੇ ਕੇ ਦੱਸਿਆ ਕਿ ਜਿਵੇਂ ਕਿਸਾਨ ਕਿਸਾਨੀ ਕਰਦਾ ਹੈ, ਖੇਤੀਬਾੜੀ ਕਰਦਾ ਹੈ, ਤੇ ਉਹਦੇ ਵਾਸਤੇ ਉਹਨੂੰ ਕੀ ਚਾਹੀਦਾ ਜੀ? ਹਲ ਚਾਹੀਦੀ ਹੈ ਨਾ। ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਪਾਣੀ ਚਾਹੀਦਾ, ਬੀਜ ਚਾਹੀਦਾ। ਤੇ ਉਹਦੀ ਉਦਾਹਰਣ ਦੇ ਕੇ ਸਤਿਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਇਹ ਜਿਹੜਾ ਸਰੀਰ ਹੈ ਇਹ ਇੱਕ ਖੇਤ ਦੀ ਨਿਆਈ ਹੈ। ਇਹ ਜਿਹੜਾ ਸਰੀਰ ਹੈ ਇੱਕ ਧਰਤੀ ਦੀ ਨਿਆਈ ਹੈ। ਤੇ ਹੁਣ ਤੁਸੀਂ ਦੇਖੋ ਉਸ ਮਾਲਕ ਵਾਹਿਗੁਰੂ ਦੀ ਕੁਦਰਤ, ਉਸ ਦਾ ਬਣਾਇਆ ਹੋਇਆ ਨਿਯਮ ਕੀ ਹੈ ਕਿ ਜਿਸ ਤਰ੍ਹਾਂ ਦਾ ਬੀਜ ਤੁਸੀਂ ਧਰਤੀ ਦੇ ਵਿੱਚ ਪਾਉਂਦੇ ਹੋ ਨਾ ਜੀ, ਉਸੇ ਤਰ੍ਹਾਂ ਦਾ ਤੁਹਾਨੂੰ ਫਲ ਪ੍ਰਾਪਤ ਹੁੰਦਾ ਹੈ। ਜਿਸ ਤਰ੍ਹਾਂ ਦਾ ਬੀਜ ਬੀਜੋਗੇ ਉਸੇ ਤਰ੍ਹਾਂ ਦਾ ਫਲ ਪ੍ਰਾਪਤ ਹੋਵੇਗਾ। ਤੇ ਜੇ ਇਹ ਸਰੀਰ ਇੱਕ ਖੇਤ ਹੈ, ਜੇ ਇਹ ਸਰੀਰ ਇੱਕ ਧਰਤੀ ਹੈ, ਤੇ ਸੁਭਾਵਿਕ ਹੈ ਕਿ ਇਸ ਸਰੀਰ ਰੂਪੀ ਧਰਤੀ ਦੇ ਵਿੱਚ ਜਿਸ ਤਰ੍ਹਾਂ ਦਾ ਅਸੀਂ ਕਰਮ ਕਰਾਂਗੇ ਉਸੇ ਤਰ੍ਹਾਂ ਦਾ ਸਾਨੂੰ ਫਲ ਪ੍ਰਾਪਤ ਹੋਵੇਗਾ। ਬੜੀ ਸੁੰਦਰ ਉਦਾਹਰਣ ਦਿੱਤੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ, ਪੰਜਾਬੀ ਦੇ ਪ੍ਰਸਿੱਧ ਤੇ ਨਵੀਨ ਕਵੀ, ਸਿੱਖ ਜਗਤ ਦੇ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ, ਉਹਨਾਂ ਨੇ ਬਚਨ ਸੁਣਾਇਆ। ਕਹਿੰਦੇ ਨੇ ਭਾਈ ਵੀਰ ਸਿੰਘ ਜੀ ਨੇ ਇੱਕ ਬੜੀ ਸੁੰਦਰ ਉਦਾਹਰਣ ਦਿੱਤੀ ਕਿ ਘਰ ਦੇ ਵਿੱਚ ਅੰਗੂਰ ਲੱਗੇ ਹੋਏ ਨੇ। ਹੁਣ ਉਹ ਜਿਹੜੇ ਅੰਗੂਰ ਨੇ ਕਿਸੇ ਨੂੰ ਜੀਵਨ ਦੇ ਰਹੇ ਨੇ, ਮਿਠਾਸ ਦੇ ਰੂਪ ਦੇ ਵਿੱਚ, ਮਿੱਠੇ ਦੇ ਰੂਪ ਦੇ ਵਿੱਚ, ਤੇ ਕਿਸੇ ਦੇ ਵਾਸਤੇ ਉਹ ਫਲ ਦੇ ਰੂਪ ਦੇ ਵਿੱਚ ਉਸ ਦੇ ਵਾਸਤੇ ਖੁਰਾਕ ਬਣ ਰਹੇ ਨੇ, ਉਸ ਨੂੰ ਜੀਵਨ ਦੇ ਰਹੇ ਨੇ। ਪਰ ਇੱਕ ਉਹ ਹੀ ਹੈ ਜਿਸ ਨੇ ਅੰਗੂਰ ਲਏ ਤੇ ਉਹਨਾਂ ਅੰਗੂਰਾਂ ਤੋਂ ਸ਼ਰਾਬ ਬਣਾ ਲਈ, ਤੇ ਉਹਨਾਂ ਅੰਗੂਰਾਂ ਤੋਂ ਬਣੀ ਹੋਈ ਸ਼ਰਾਬ ਜਦੋਂ ਉਸਨੇ ਪੀਤੀ ਹੈ, ਗਾਲੀ ਗਲੋਚ ਕੀਤੀ, ਨੁਕਸਾਨ ਹੋ ਗਿਆ। ਤੇ ਜੇ ਉਹ ਆ ਕੇ ਇਹ ਆਖੇ ਵੀ ਮੈਂ ਅੰਗੂਰਾਂ ਦੀ ਵੇਲ ਪੁੱਟ ਦੇਣੀ ਹੈ, ਅੰਗੂਰਾਂ ਦੇ ਦਰਖਤ ਪੁੱਟ ਦੇਣੇ ਨੇ, ਕਿਉਂਕਿ ਇਹਨਾਂ ਕਰਕੇ ਮੈਨੂੰ ਦੁੱਖ ਮਿਲਿਆ, ਇਹਨਾਂ ਕਰਕੇ ਮੇਰਾ ਜੀਵਨ ਚਲਾ ਗਿਆ, ਇਹਨਾਂ ਕਰਕੇ ਮੈਂ ਵਿਕਾਰੀ ਬਣਿਆ ਹੈ, ਇਹਨਾਂ ਕਰਕੇ ਮੇਰੀ ਮੱਤ ਚਲੀ ਗਈ ਹੈ, ਤੇ ਖਿਆਲ ਕਰਿਓ ਦੋਸ਼ ਅੰਗੂਰਾਂ ਦਾ ਨਹੀਂ, ਇਹ ਸੀ ਕਿ ਤੂੰ ਕਿਸ ਤਰ੍ਹਾਂ ਦਾ ਉਸ ਨੂੰ ਵਰਤੋਂ ਕੀਤੀ ਹੈ, ਕਿਸ ਤਰ੍ਹਾਂ ਦਾ ਵਤੀਰਾ ਕੀਤਾ ਹੈ,
ਇਸੇ ਕਰਕੇ ਗੁਰੂ ਪਿਆਰਿਓ, ਗੁਰਬਾਣੀ ਦੇ ਵਿੱਚ ਐਸੀਆਂ ਬੇਅੰਤ ਉਦਾਹਰਨਾਂ ਨੇ। ਬਾਬਾ ਫਰੀਦ ਜੀ ਨੇ ਬੜਾ ਪਿਆਰਾ ਬਚਨ ਕਿਹਾ। ਕਹਿੰਦੇ ਨੇ ਪਏ ਇੱਕ ਮਨੁੱਖ ਨੇ ਘਰ ਦੇ ਵਿੱਚ ਲਿਆ ਕੇ ਨਾ ਜੀ ਕਿੱਕਰ ਬੀਜ ਲਏ, ਤੇ ਕੋਲ ਸਾਲ 2 ਸਾਲ ਦੇ ਬਾਅਦ ਕਿੰਨੀਆਂ ਸਾਰੀਆਂ ਟੋਕਰੀਆਂ ਰੱਖ ਲਈਆਂ। ਤੇ ਕੋਈ ਸਿਆਣਾ ਪੁਰਖ ਆਇਆ ਤੇ ਉਸਨੇ ਪੁੱਛਿਆ ਵੀ ਭਾਈ ਤੂੰ ਇਹ ਟੋਕਰੀਆਂ ਕਾਹਦੇ ਵਾਸਤੇ ਰੱਖੀਆਂ ਨੇ? ਕਹਿੰਦਾ ਮੈਂ ਟੋਕਰੀਆਂ ਰੱਖੀਆਂ ਨੇ ਪਿਆ ਜਿਹੜਾ ਕਿੱਕਰ ਦੇ ਬੂਟੇ ਉਲਾਏ ਨੇ, ਬੂਟੇ ਉਗਾਏ ਨੇ, ਇਹਨਾਂ ਤੋਂ ਮੇਵਾ ਪ੍ਰਾਪਤ ਹੋਵੇਗਾ। ਇਹਨਾਂ ਤੋਂ ਬਿਜੋਰ ਦੇਸ਼ ਦੀਆਂ ਦਾਖਾਂ ਬੜੀਆਂ ਪ੍ਰਸਿੱਧ ਸਨ ਉਸ ਵੇਲੇ। ਤੇ ਮੈਂ ਟੋਕਰੇ ਭਰ ਕੇ ਤੇ ਉਤਾਰਾਂਗਾ ਤੇ ਖਾਵਾਂਗਾ। ਤੇ ਬਾਬਾ ਫਰੀਦ ਜੀ ਕਹਿਣ ਲੱਗੇ ਬੜਾ ਭੋਲਾ ਹੈ, ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਇਂਦਾ, ਪੈਂਦਾ ਲੋੜੈ ਪੱਟ। ਜੇ ਕਿੱਕਰ ਬੀਜੇ ਨੇ ਤੇ ਬਿਜੋਰ ਦੇਸ਼ ਦੀਆਂ ਦਾਖਾਂ ਪ੍ਰਾਪਤ ਨਹੀਂ ਹੋਣੀਆਂ। ਐ ਮਨੁੱਖ, ਜੇ ਤੂੰ ਕਰਮ ਚੰਗੇ ਨਹੀਂ ਨਾ ਕੀਤੇ, ਸਤਿਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਜੇ ਹੈ ਕਰਮ ਕਮਾਏ ਤੇਹਾ ਹੋਏ ਸੀ। ਐ ਮਨੁੱਖ, ਜਿਸ ਤਰ੍ਹਾਂ ਦੇ ਕਰਮ ਕਰੇਗਾ ਨਾ ਉਸੇ ਤਰ੍ਹਾਂ ਦਾ ਤੈਨੂੰ ਫਲ ਮਿਲੇਗਾ। ਸੁਖਮਨੀ ਸਾਹਿਬ ਸਤਿਗੁਰੂ ਸਾਹਿਬ ਜੀ ਦੀ ਮਹਾਨ ਪਾਵਨ ਪਵਿੱਤਰ ਬਾਣੀ ਹੈ। ਗੁਰਸਿੱਖ ਇਸ ਦਾ ਪਾਠ ਕਰਦੇ ਨੇ। ਜਿਹੜੇ ਗੁਰੂ ਦੇ ਪਿਆਰ ਵਾਲੇ ਸਿੱਖ ਨੇ ਉਹਨਾਂ ਨੇ ਆਪਣੇ ਨਿਤਨੇਮ ਦੇ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਸ਼ਾਮਲ ਕੀਤਾ। ਨਿਤਨੇਮ ਦੀਆਂ ਬਾਣੀਆਂ ਵੀ ਪੜ੍ਹਦੇ ਨੇ, ਨਿਤ ਦਾ ਨੇਮ ਵੀ ਕਰਦੇ ਨੇ। ਤੇ ਐਸੇ ਪਿਆਰ ਵਾਲੇ ਸਿੱਖ ਜਿਹੜੇ ਦਿਹਾੜੀ ਦਾ ਇੱਕ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਦੇ ਨੇ। ਕਈ ਐਸੇ ਨੇ ਜਿਹੜੇ 2 ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਨੇ ਨਿਤਨੇਮ ਦੀਆਂ ਬਾਣੀਆਂ ਤੋਂ ਬਿਨਾਂ। ਤੇ ਐਸੇ ਵੀ ਗੁਰੂ ਦੀ ਕਿਰਪਾ ਵਾਲੇ ਦੇਖੇ ਨੇ ਜਿਹੜੇ 5 ਦਿਹਾੜੀ ਦੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਨੇ, ਐਸੇ ਵੀ ਹਨ। ਤੇ ਇਸ ਬਾਣੀ ਦੇ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਨੇ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਇਸ ਕਰਕੇ ਗੁਰੂ ਪਿਆਰਿਓ, ਬਾਬਾ ਫਰੀਦ ਜੀ ਦੇ ਬਚਨ ਨੇ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਨੜੇ ਗਿਰੀਵਾਨ ਮੈਂ, ਸਿਰ ਨੀਵਾਂ ਕਰ ਦੇਖ, ਕਤਕ ਕਰਮ ਕਮਾਵਨੇ, ਦੋਸ਼ ਨਾ ਕਾਹੂ ਜੋਗ। ਕਿਸੇ ਨੂੰ ਦੋਸ਼ ਨਾ ਦੇ, ਕਿਸੇ ਦੇ ਸਿਰ ਤੇ ਇਹ ਦੋਸ਼ ਨਾ ਮੜ। ਅੱਜ ਬੜਾ ਪੜ੍ਹਿਆ ਲਿਖਿਆ ਸੰਸਾਰ ਹੈ, ਪਰ ਫਿਰ ਵੀ ਕਈ ਵਾਰੀ ਅਸੀਂ ਅਗਿਆਨਤਾ ਕਰ ਜਾਂਦੇ ਹਾਂ, ਕਹਿੰਦੇ ਹਾਂ ਫਲਾਣੇ ਕਰਕੇ ਮੈਨੂੰ ਇਹ ਦੁੱਖ ਮਿਲਿਆ। ਨਹੀਂ, ਕਿਸੇ ਕਰਕੇ ਦੁੱਖ ਨਹੀਂ ਮਿਲਦਾ। ਸੁਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੈ ਜਿਨ ਦਾਤੇ ਦੀਏ। ਕਿਸ ਕੋ ਦੋਸ਼ ਦੇਹ ਤੂੰ ਪ੍ਰਾਨੀ, ਸੋ ਆਪਣਾ ਕੀਆ ਕਰਾਰਾ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜੇਕਰ ਪਰਮੇਸ਼ਰ ਨੂੰ ਭੁੱਲ ਜਾਈਏ, ਵਾਹਿਗੁਰੂ ਜੀ ਨੂੰ ਭੁੱਲ ਜਾਈਏ, ਤੇ ਗਰੀਬ ਨਵਾਜ ਜੀ ਕਹਿੰਦੇ ਨੇ 1 2 4 ਨਹੀਂ, ਵਿਆਪਨ ਸਭੇ ਰੋਗ। ਸਾਰੇ ਰੋਗ, ਸੰਸਾਰ ਦੇ ਜਿੰਨੇ ਵੀ ਦੁੱਖ ਨੇ ਨਾ ਜੀ, ਉਹ ਸਾਰੇ ਉਸ ਨੂੰ ਆ ਕੇ ਚਿਮੜ ਜਾਂਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸੰਸਾਰ ਦੇ ਦੁੱਖਾਂ ਦੀ ਜਦੋਂ ਲਿਸਟ ਸਾਡੇ ਸਾਹਮਣੇ ਰੱਖੀ ਨਾ, ਤੇ 4 ਦੁੱਖ ਸਤਿਗੁਰੂ ਜੀ ਬੜੇ ਵੱਡੇ ਰੱਖ ਰਹੇ ਨੇ ਸੰਸਾਰ ਦੇ। ਕਿਹੜੇ ਕਿਹੜੇ? 1 ਵਿਛੋੜਾ, 1 ਦੁੱਖ ਭੂਖ, 1 ਦੁੱਖ ਸਖਤ ਵਾਰ ਜਮਦੂਤ, 1 ਤਨ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਸਭ ਤੋਂ ਵੱਡਾ ਦੁੱਖ ਹੈ ਵਿਛੋੜੇ ਦਾ ਦੁੱਖ। ਤੇ ਕਿਸੇ ਕਿਸੇ ਦੀ ਸਮਝ ਦੇ ਵਿੱਚ ਆਉਂਦਾ ਹੈ ਵਿਛੋੜਾ ਜਿਹੜਾ ਪ੍ਰਮਾਤਮਾ ਦੇ ਨਾਲੋਂ ਵਿਛੋੜਾ ਪਿਆ ਹੋਇਆ। ਬਹੁਤ ਜਨਮ ਵਿਛਰੇ ਥੇ ਮਾਦੋ, ਇਹ ਜਨਮ ਤੁਮਾਰੇ ਲੇਖੇ, ਕਹਿਰ ਵਿਦਾਸ ਆਸ ਲਗ ਜੀਵੋਂ, ਚਿਰ ਭਿਓ ਦਰਸ਼ਨ ਦੇਖੇ। ਸਤਿਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਜਿਹੜੇ ਪ੍ਰਮਾਤਮਾ ਜੀ ਨੂੰ, ਵਾਹਿਗੁਰੂ ਜੀ ਨੂੰ ਭੁੱਲ ਜਾਂਦੇ ਨੇ, ਸਾਰੇ ਰੋਗ ਉਹਨਾਂ ਨੂੰ ਵਿਆਪਕ ਹੋ ਜਾਂਦੇ ਨੇ। ਵੇ ਮੁਖ ਹੋਏ ਰਾਮ ਤੇ
ਲੱਗਣ ਜਨਮ ਵਿਜੋਗ। ਜਿਹੜੇ ਵਾਹਿਗੁਰੂ ਤੋਂ ਬੇਮੁਖ ਹੋ ਗਏ, ਜਿਹੜੇ ਕਹਿੰਦੇ ਨੇ ਮੈਂ ਨਹੀਂ ਪਰਮਾਤਮਾ ਨੂੰ ਮੰਨਦਾ, ਜਿਹੜੇ ਕਹਿੰਦੇ ਨੇ ਮੈਂ ਨਹੀਂ ਰੱਬ ਨੂੰ ਮੰਨਦਾ, ਜਿਹੜੇ ਕਹਿੰਦੇ ਨੇ ਮੈਂ ਨਹੀਂ ਗੁਰੂ ਨੂੰ ਮੰਨਦਾ, ਸਾਹਿਬ ਜੀ ਕਹਿੰਦੇ ਨੇ ਜਨਮਾਂ ਜਨਮਾਂ ਦੇ ਵਿਛੋੜੇ ਪੈ ਜਾਂਦੇ ਨੇ। ਤੇ ਤੁਸੀਂ ਦੇਖੋ, ਜਦੋਂ ਕੋਈ ਮਨੁੱਖ ਅੰਧੇਰੇ ਦੇ ਵਿੱਚ ਤੁਰਦਾ ਨਾ, ਤੇ ਆਪਣਾ ਪਰਛਾਵਾਂ ਵੀ ਉਸ ਦਾ ਸਾਥ ਛੱਡ ਦਿੰਦਾ। ਅੰਧੇਰੇ ਦੇ ਵਿੱਚ ਜਦੋਂ ਤੁਰੀਏ, ਤੇ ਜੇ ਪ੍ਰਕਾਸ਼ ਦੇ ਵਿੱਚ ਤੁਰੀਏ, ਤੇ ਪਰਛਾਵਾਂ ਤੁਹਾਡੇ ਪਿੱਛੇ ਪਿੱਛੇ। ਇਵੇਂ ਜੇ ਅਸੀਂ ਪਰਮਾਤਮਾ ਦੇ ਲੜ ਲੱਗੇ ਰਹੀਏ, ਤੇ ਦੁਨੀਆ ਦੇ ਸੁੱਖ ਸਾਡੇ ਪਿੱਛੇ ਪਿੱਛੇ ਨੇ। ਖਿੰਨ ਮੈਂ ਕੌੜੇ ਹੋਏ ਗਏ, ਜਿੱਤੜੇ ਮਾਇਆ ਭੋਗ। ਛਿਨ ਮਾਤਰ ਸਮੇਂ ਦੇ ਵਿੱਚ ਹੀ ਜਿਹੜੇ ਬੜੇ ਮਿੱਠੇ ਮਿੱਠੇ, ਬੜੇ ਸਵਾਦੀ ਬੜੇ ਸਵਾਦਲੇ ਪਦਾਰਥ ਇਹਨਾਂ ਦੇ ਭੋਗ ਭੋਗਦਾ ਸੀ ਨਾ, ਛਕਦਾ ਸੀ, ਖਿੰਨ ਵਿੱਚ ਹੀ ਕੌੜੇ ਹੋ ਗਏ। ਹੁਣ ਭੋਜਨ ਕੋਲ ਪਿਆ, ਰੋਟੀ ਕੋਲ ਪਈ ਹੈ, ਪਰ ਡਾਕਟਰ ਕਹਿੰਦੇ ਨੇ ਤੂੰ ਖਾ ਨਹੀਂ ਸਕਦਾ। ਸਾਧ ਸੰਗਤ ਪੈਸਾ ਤੇ ਹੈ, ਧਨ ਤੇ ਹੈ, ਪਰ ਸਾਧ ਸੰਗਤ ਜੀ ਉਹ ਸਾਰੇ ਹੁਣ ਇਸ ਨੂੰ ਜਿਹੜੇ ਮਿੱਠੇ ਪਦਾਰਥ ਸਨ, ਜਿਹੜੇ ਮਾਇਆ ਦੇ ਭੋਗ ਭੋਗ ਰਿਹਾ ਸੀ। ਪੈਸਾ ਕੋਲ ਹੈ, ਜਿੱਤੜੇ ਮਾਇਆ ਭੋਗ, ਪੈਸਾ ਕੋਲ ਹੈ, ਪਰ ਡਾਕਟਰ ਕਹਿੰਦੇ ਇਹ ਪੈਸਾ ਤੇਰੇ ਕਿਸੇ ਵੀ ਕੰਮ ਨਹੀਂ। ਹੁਣ ਪੈਸਾ ਤੇਰੀ ਜਾਨ ਬਚਾ ਨਹੀਂ ਸਕਦਾ। ਹੁਣ ਪੈਸਾ ਤੈਨੂੰ ਇਸ ਰੋਗ ਤੋਂ ਛੁਟਕਾਰਾ ਦਵਾ ਨਹੀਂ ਸਕਦਾ। ਜੇ ਐਸਾ ਹੋਵੇ ਨਾ ਸਾਧ ਸੰਗਤ, ਜੇ ਪੈਸਾ ਕੰਮ ਆ ਸਕੇ, ਪੈਸਾ ਬਹੁਤ ਕੁਝ ਤਾਂ ਸਵਾਰਦਾ, ਪਰ ਸਭ ਕੁਝ ਨਹੀਂ ਸਵਾਰਦਾ। ਜੇ ਪੈਸਾ ਕੰਮ ਆ ਸਕੇ, ਤੇ ਜਿਹੜੇ ਦੁਨੀਆ ਦੇ ਧਨਾੜ ਲੋਕ ਨੇ, ਜਿਹੜੇ ਅਮੀਰ ਲੋਕ ਨੇ, ਜਿਨ੍ਹਾਂ ਦੇ ਕੋਲ ਧਨ ਦਾ ਕੋਈ ਪਤਾ ਹੀ ਨਹੀਂ, ਮਾਇਆ ਦਾ ਕੋਈ ਪਤਾ ਹੀ ਨਹੀਂ, ਫਿਰ ਉਹ ਤੇ ਕਦੀ ਮਰਨ ਹੀ ਨਾ, ਫਿਰ ਉਹਨਾਂ ਦੀ ਤੇ ਕਦੀ ਮੌਤ ਹੋਵੇ ਹੀ ਨਾ। ਫਿਰ ਤੇ ਗਰੀਬ ਹੀ ਮਰੇਗਾ, ਤੇ ਅਮੀਰ ਤੇ ਕਦੀ ਮਰੇਗਾ ਹੀ ਨਹੀਂ। ਪਰ ਮੇਰੇ ਸਾਹਿਬ ਜੀ ਕਹਿੰਦੇ ਨੇ, ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਇਹ ਮਾਲਕ ਵਾਹਿਗੁਰੂ ਦਾ ਬਣਾਇਆ ਹੋਇਆ ਇਹ ਸਿਧਾਂਤ ਹੈ। ਵਿੱਚ ਨਾ ਕੋਈ ਕਰ ਸਕੈ, ਕਿਸ ਤੈ ਰੋਵੈ ਰੋਜ਼। ਵਿੱਚ ਕੋਈ ਵਿਚੋਲਗੀ ਕਰ ਹੀ ਨਹੀਂ ਸਕਦਾ। ਕਿਸ ਦੇ ਕੋਲ ਆਪਣਾ ਰੋਜ਼ ਰੋਜ਼ ਰੋਣਾ ਰੋਵੋਗੇ? ਪਰਿਵਾਰ ਸਾਰਾ ਕੋਲ ਬੈਠਾ ਹੈ, ਧੀਆਂ ਪੁੱਤਰ ਕੋਲ ਬੈਠੇ ਨੇ, ਪਰ ਕੋਈ ਮਦਦ ਕਰ ਸਕਿਆ? ਮੇਰੇ ਸਾਹਿਬ ਜੀ ਬਚਨ ਕਰਦੇ ਨੇ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾ ਜਮ ਪਕੜ ਚਲਾਇਆ, ਝੂਠਾ ਰੁਦਨ ਹੋਆ ਦੁਆਲੈ, ਖਿਨ ਮੈਂ ਪਿਆ ਪਰਾਇਆ। ਕਿਸੇ ਨੇ ਵੀ ਕੋਈ ਮਦਦ ਨਹੀਂ ਕੀਤੀ। ਇਸ ਲਈ ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਐ ਮਨੁੱਖ, ਜੇ ਤੂੰ ਕਹਵੇਂ ਨਾ ਵੀ ਮੈਂ ਆਪਣੇ ਜ਼ੋਰ ਦੇ ਨਾਲ ਕੁਝ ਕਰ ਸਕਦਾ, ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਨਹੀਂ, ਕੀਤਾ ਕਿਛੂ ਨਾ ਹੋਵੇ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਛਾਲਾਂ ਤੇ ਸਾਰੇ ਹੀ ਮਾਰਦੇ ਨੇ, ਪਰ ਹੁੰਦਾ ਉਹ ਹੈ। ਬੜੇ ਪਿਆਰ ਦੇ ਨਾਲ ਆਪਾਂ ਬਚਨ ਪੜ੍ਹਦੇ ਆ ਨਾ ਜੀ, ਸੋਦਰ ਰਰ ਸ਼ਬਦ ਵਿੱਚ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹੇ ਆ। ਉਹ ਮਾਲਕ ਵਾਹਿਗੁਰੂ ਜੋ ਚਾਹੁੰਦਾ ਹੈ ਨਾ ਗੁਰੂ ਪਿਆਰਿਓ, ਉਹ ਹੁੰਦਾ। ਤੇ ਜੇ ਮਾਲਕ ਵਾਹਿਗੁਰੂ ਕਿਤੇ ਸਾਡੀ ਸਲਾਹ ਲੈਣ ਲੱਗ ਪਏ, ਜੇ ਪ੍ਰਮਾਤਮਾ ਸਾਡੀ ਸਲਾਹ ਲੈਣ ਲੱਗ ਪਏ, ਤੇ ਅਸੀਂ ਪ੍ਰਮਾਤਮਾ ਦੇ ਇਸ ਬਣਾਏ ਹੋਏ ਸਿਸਟਮ ਨੂੰ ਕੋਈ ਚੱਲਣ ਦੇਣਾ? ਅਸੀਂ ਪ੍ਰਮਾਤਮਾ ਦੇ ਬਣਾਏ ਹੋਏ ਸੰਸਾਰ ਨੂੰ ਕੋਈ ਚੱਲਣ ਦੇਣਾ? ਅਸੀਂ ਤੇ ਕਹਿਣਾ ਪ੍ਰਮਾਤਮਾ ਤੂੰ ਇੰਜ ਕਰ ਤੇ ਇੰਜ ਨਾ ਕਰ, ਤੂੰ ਇਹ ਕਰ ਤੇ ਇਹ ਨਾ ਕਰ। ਸਾਧ ਸੰਗਤ, ਇਹ ਤੇ ਬੜਾ ਚੰਗਾ ਹੈ ਕਿ ਪ੍ਰਮਾਤਮਾ ਸਾਨੂੰ ਪੁੱਛ ਕੇ ਨਹੀਂ ਕਰਦਾ। ਬੀਓ ਪੂਛਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਸਾਹਿਬ ਜੀ ਕਹਿੰਦੇ ਨੇ, ਕਿਸੇ ਨੂੰ ਪੁੱਛ ਕੇ ਨਹੀਂ ਉਹ ਕਰਦਾ, ਕਿਸੇ ਦੀ ਸਲਾਹ ਨਹੀਂ ਲੈਂਦਾ ਪ੍ਰਮਾਤਮਾ, ਪਰ ਮੈਂ ਇਹ ਕਰਨ ਲੱਗਾ ਤੇ ਨਹੀਂ ਕਰਨ ਲੱਗਾ। ਆ ਜਿਹੜਾ ਐਡਾ ਵੱਡਾ ਰੋਗ ਸੰਸਾਰ ਦੇ ਵਿੱਚ ਆਇਆ ਹੈ, ਕਿਸੇ ਦੀ ਸਲਾਹ ਲਈ ਹੈ ਪ੍ਰਮਾਤਮਾ ਨੇ? ਨਹੀਂ। ਤੇ ਜਦੋਂ ਉਸ ਦੀ ਸਾਧ ਸੰਗਤ ਰਜਾ ਹੋਈ, ਜਦੋਂ ਉਸ ਦਾ ਹੁਕਮ ਹੋਇਆ, ਉਦੋਂ ਚਲੇ ਜਾਣਾ। ਪਰ ਇਹ ਮਾਲਕ ਵਾਹਿਗੁਰੂ ਦਾ ਹੈ, ਇਹ ਉਸ ਮਾਲਕ ਵਾਹਿਗੁਰੂ ਦਾ ਬਣਾਇਆ ਸਿਧਾਂਤ ਹੈ। ਮੇਰੇ ਸਾਹਿਬ ਜੀ ਬਖਸ਼ਿਸ਼ ਕਰੇ, ਕੀਤਾ ਕਿਛੂ ਨਾ ਹੋਵੇ,
ਅਸਾਂ ਜੋਰ ਨਾਹੀਂ, ਜੇ ਕਿਛ ਕਰ ਹਮ ਸਾਕੈ, ਜਿਉ ਭਾਵੈ ਤਿਵੈ ਬਖਸ਼ ਮਾਲਕਾ। ਸਾਡਾ ਕੋਈ ਜ਼ੋਰ ਨਹੀਂ, ਜਿਸ ਠਾਕਰ ਸਿਉ ਨਾਹੀਂ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਇਹ ਪ੍ਰਮਾਤਮਾ ਨੇ, ਵਾਹਿਗੁਰੂ ਨੇ ਧੁਰੋਂ ਹੀ ਸੰਜੋਗ ਲਿਖੇ ਹੋਏ ਨੇ। ਪੁਰਬ ਜਨਮ ਕੇ ਮਿਲੇ ਸੰਜੋਗੀ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਪੂਰਬਲੇ ਕਰਮਾਂ ਕਰਕੇ, ਇਹ ਸੰਜੋਗਾਂ ਕਰਕੇ ਸਾਡਾ ਮਿਲਾਪ ਹੋਇਆ ਹੈ। ਤੇ ਗੁਰੂ ਬਾਬਾ ਜੀ ਜਦੋਂ ਪਿਆਰ ਵਿੱਚ ਆਉਂਦੇ ਸਨ ਨਾ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਲੈ ਲਓ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਤੇ ਗੁਰੂ ਬਾਬਾ ਜੀ ਆਪਣੀ ਵੱਡੀ ਭੈਣ ਨੂੰ, ਬੇਬੇ ਨਾਨਕੀ ਨੂੰ ਕਹਿ ਦਿੰਦੇ ਸਨ, ਭੈਣ ਤੂੰ ਇਸ ਜਨਮ ਦੀ ਨਹੀਂ, ਤੂੰ ਤੇ ਜਨਮਾਂ ਜਨਮਾਂ ਦੀ ਸਾਡੀ ਭੈਣ ਹੈ। ਇਸ ਤਰ੍ਹਾਂ ਪਿਆਰ ਕਰਦੇ ਸਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਬੇਯੋਗ। ਪਰ ਜਿਨ੍ਹਾਂ ਵੱਡਿਆਂ ਭਾਗਾਂ ਵਾਲਿਆਂ ਨੂੰ ਉਹ ਪਰਮਾਤਮਾ ਜੀ, ਉਹ ਵਾਹਿਗੁਰੂ ਜੀ ਮਿਲ ਜਾਂਦੇ ਨਾ ਜੀ, ਤੇ ਸਾਹਿਬ ਜੀ ਕਹਿੰਦੇ ਨੇ ਉਹਨਾਂ ਦੇ ਸਾਰੇ ਵਿਛੋੜੇ ਦੇ ਦੁੱਖ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਕਿਉਂਕਿ ਸਭ ਤੋਂ ਵੱਡਾ ਮਿਲਾਪ ਹੀ ਪਰਮਾਤਮਾ ਦਾ ਮਿਲਾਪ ਹੈ। ਸਭ ਤੋਂ ਵੱਡਾ ਮਿਲਾਪ ਹੀ ਗੁਰੂ ਦਾ ਮਿਲਾਪ ਹੈ। ਨਾਨਕ ਜਿਨ ਕੋ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਮਿਲ ਗਏ, ਜਿਨ੍ਹਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਗੁਰੂ ਮਿਲ ਗਿਆ, ਜਿਹੜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਣਾ ਸੀਸ ਝੁਕਾਉਂਦੇ ਨੇ, ਸਤਿਗੁਰੂ ਸਾਹਿਬ ਜੀ ਦੀ ਬਾਣੀ ਦੀ ਓਟ ਤੇ ਆਸਰਾ ਲੈਂਦੇ ਨੇ, ਸਾਧ ਸੰਗਤ ਜੀ, ਫਿਰ ਉਹਨਾਂ ਦੇ ਸਾਰੇ ਵਿਛੋੜੇ ਦੇ ਦੁੱਖ ਖਤਮ ਹੋ ਗਏ। ਅਸੀਂ ਵੱਡਿਆਂ ਭਾਗਾਂ ਵਾਲਿਆਂ ਜਿਹੜੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠੇ ਹਾਂ। ਅੱਗੇ ਸਾਹਿਬ ਜੀ ਬੜਾ ਪਿਆਰਾ ਬਚਨ ਕਰ ਰਹੇ ਨੇ ਇਸ ਮਹੀਨੇ ਦਾ ਉਪਦੇਸ਼ ਸੰਦੇਸ਼ ਦਿੰਦੇ ਹੋਏ। ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਅਖੀਰਲੀਆਂ ਪੰਕਤੀਆਂ ਨੇ ਸ਼ਬਦ ਦੀਆਂ। ਗਰੀਬ ਨਵਾਜ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਨਾਨਕ ਕੋ ਪ੍ਰਭ ਰਾਖ ਲੈ। ਸਦਕੇ ਜਾਈਏ ਸਤਿਗੁਰੂ, ਕੁਰਬਾਨ ਜਾਈਏ ਤੁਹਾਡੇ ਤੋਂ। ਸਤਿਗੁਰੂ ਜੀ ਇੰਨੀ ਨਿਮਰਤਾ, ਇੰਨਾ ਤੁਹਾਡੇ ਅੰਦਰ ਭਾਵ, ਇਤਨੀ ਭਾਵਨੀ ਉਸ ਪਰਮਾਤਮਾ ਦੀ ਕਿ ਹੇ ਵਾਹਿਗੁਰੂ ਜੀ, ਹੇ ਪਰਮਾਤਮਾ ਜੀ, ਮੈਨੂੰ ਆਪਣੇ ਦਾਸ ਨਾਨਕ ਨੂੰ ਵੀ। ਦੇਖੋ ਗੁਰੂ ਸਾਹਿਬ ਜੀ ਕਿੰਨੀ ਨਿਮਰਤਾ ਦੇ ਵਿੱਚ, ਕਿੰਨੇ ਪਿਆਰ ਦੇ ਵਿੱਚ ਆ ਕੇ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਅੱਗੇ ਬੇਨਤੀ ਕਰ ਰਹੇ ਨੇ। ਤੇ ਸਾਨੂੰ ਸਤਿਗੁਰੂ ਜੀ ਜਾਚ ਦੱਸ ਰਹੇ ਨੇ, ਐ ਮਨੁੱਖ ਤੂੰ ਵੀ ਇੰਜ ਅਰਦਾਸ ਕਰ, ਤੂੰ ਵੀ ਇੰਜ ਪ੍ਰਾਰਥਨਾ ਕਰ। ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਬੰਧਨਾਂ ਤੋਂ ਮੁਕਤ ਕਰਨ ਵਾਲੇ, ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਸਤਿਗੁਰੂ ਜੀ ਸਾਡੇ ਬੰਧਨ ਕੱਟ ਦੇਵੋ। ਕਤਕ ਹੋਵੇ ਸਾਧ ਸੰਗ, ਬਿਨਸੈ ਸਭੇ ਸੋਚ। ਕੱਤਕ ਦੇ ਮਹੀਨੇ ਦਾ ਸਾਹਿਬ ਜੀ ਨੇ ਅਖੀਰ ਤੇ ਉਪਦੇਸ਼ ਸੰਦੇਸ਼ ਬਖਸ਼ਿਸ਼ ਕੀਤਾ। ਕੱਤਕ ਹੋਵੇ ਸਾਧ ਸੰਗ। ਗੁਰੂ ਪਿਆਰਿਓ, ਜਿਹੜੇ ਆ ਸਤ ਸੰਗਤ ਕਰਦੇ ਨੇ, ਜਿਹੜੇ ਭਲਿਆਂ ਪੁਰਖਾਂ ਦੀ ਸੰਗਤ ਕਰਦੇ ਨੇ, ਜਿਹੜੇ ਸਾਧ ਸੰਗਤ ਪਰਮਾਤਮਾ ਦੇ ਨਾਮ ਦੇ ਨਾਲ ਜੁੜਦੇ ਨੇ, ਜਿਹੜੇ ਉਸ ਦੇ ਸਵਾਰਿਆਂ ਹੋਇਆਂ ਦੀ ਸੰਗਤ ਕਰਦੇ ਨੇ, ਤਾਂ ਕੀ ਮਿਲਦਾ ਜੀ? ਤਾਂ ਉਤਰੈ ਸਭ ਵਿਯੋਗ। ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸਾਰੀਆਂ ਚਿੰਤਾਵਾਂ ਜਿੱਥੇ ਮੁਕਤ ਹੋ ਗਈਆਂ। ਕਤਕ ਹੋਵੇ ਸਾਧ ਸੰਗ, ਬਿਨਸੈ ਸਭੇ ਸੋਚ। ਸਾਰੀਆਂ ਚਿੰਤਾਵਾਂ, ਸੋਚਾਂ, ਫਿਕਰ ਜਿਹੜੇ ਨੇ ਉਹ ਦੂਰ ਹੋ ਗਏ। ਕਦੋਂ? ਜਦੋਂ ਮਾਲਕ ਵਾਹਿਗੁਰੂ ਦੀ ਓਟ, ਮਾਲਕ ਵਾਹਿਗੁਰੂ ਦਾ ਆਸਰਾ ਲਿਆ। ਸੋ ਅੱਜ ਕੱਤਕ ਦਾ ਮਹੀਨਾ ਪ੍ਰਵੇਸ਼ ਕੀਤਾ ਹੈ। ਸਾਹਿਬ ਜੀ ਬਖਸ਼ਿਸ਼ ਕਰਨ, ਸਮੁੱਚੇ ਸੰਸਾਰ ਦੇ ਸਿਰ ਤੇ ਮਿਹਰ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖਣ। ਆਪਾਂ ਵੀ ਅਰਦਾਸ ਕਰੀਏ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪੈਰ ਆਰਾਧੀਐ, ਪੂਰਨ ਸਤਿਗੁਰ ਗਿਆਨ। ਇਤਨੇ ਕੁ ਬਚਨ ਪ੍ਰਵਾਨ ਕਰ ਲੈਣੇ। ਹੋਈਆਂ ਬੇਨਤ ਭੁੱਲਾਂ ਦੀ ਖਿਮਾ ਕਰ ਦੇਣੀ ਜੀ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਘਰ ਤਨ ਤੇਰਾ ਸਭ ਕਿਛ ਹੈ ਜੇ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨਾ ਵਸੈ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਵਡਿਆਈਆਂ। ਕਹੇ ਨਾਨਕ ਸੁਨੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ, ਪੰਚ ਦੂਤ ਦਵਸ ਕੀਤੇ। ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ। ਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਆ। ਤਿਤ ਕਰ ਅਨਹਦ ਵਾਜੇ, ਆਨੰਦ ਸੁਨੋ ਵਡ ਭਾਗੀਓ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪ ਆਇਆ। ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ। ਗੁਰ ਤੇ ਜਾਣੀ, ਸੁਨਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਹੋਏ ਨ ਜਾਣੇ ਤੁਮਰਾ ਅੰਤ, ਉਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਸੁਖ ਦਾਤਾ ਭੈ ਭੰਜਨੋ, ਤਿਸ ਆਗੇ ਕਰ ਅਰਦਾਸ। ਮਿਹਰ ਕਰੇ ਜਿਸ ਮਿਹਰਬਾਨ, ਤਾਂ ਕਾਰਜ ਆਵੇ ਰਾਸ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਰੰਗਤ ਗੁਰ ਤੇ ਅਮਰਦਾਸ, ਰਾਮਦਾਸ ਸਹਿ ਹੋਏ ਸਹਾਇ। ਅਰਜਨ ਹਰ ਗੋਬਿੰਦਨੋ ਸਿਮਰਾਓ, ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ। ਘਰ ਨੌ ਨਿਧਿ ਆਵੇ ਧਾਏ, ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਭ ਜਾਦਿਆਂ, 40 ਮੁਕਤਿਆਂ, 8 ਜੱਪੀਆਂ ਤੱਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਏਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ। ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇ ਸਾਨ ਸਵਾਸਾਂ ਨਾਲ ਨਿਭਾਈ। ਤਿੰਨਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ। ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਰਸ਼ ਰਿਆਇਤ। ਦੇਖ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਬਖਸ਼ਣਾ ਜੀ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗਾ ਟਾਲ ਧਰਮ ਕਾ ਜੈਕਾਰ ਹੋਵੇ। ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਵਾਹਿਗੁਰੂ। ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਤਾਰ ਜੀਓ।
ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦਿਦਾਰੇ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪੰਥ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਨਿਆਂ ਦੇ ਤਾਨ, ਨਿਊਟੀਆਂ ਦੀ ਓਟ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਜੀ। ਉਦਮ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰੇ ਤਿਉ ਕਰਨਾ ਦੇ ਮਾਂ ਵਾਕਾਂ ਅਨੁਸਾਰ। ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਗਰੀਬ ਨਵਾਜੀ। ਅੱਜ ਕੱਤਕ ਦਾ ਮਹੀਨਾ ਪ੍ਰਵੇਸ਼ ਕੀਤਾ ਹੈ ਜੀ। ਕੱਤਕ ਕਰਮ ਕਮਾਵਨੇ, ਦੋਸ਼ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਹਰ ਮਹੀਨੇ ਦੀ ਤਰ੍ਹਾਂ ਆਪ ਜੀ ਨੇ ਬਖਸ਼ਿਸ਼ ਕੀਤੀ ਹੈ। ਅਕਾਲ ਚੈਨਲ ਦੀਆਂ ਸਮੂਹ ਸੰਗਤਾਂ ਤੇ ਬਖਸ਼ਿਸ਼ ਕਰਕੇ ਗੁਰਮਤਿ ਸਮਾਗਮ ਦੀ, ਮਹੀਨਾਵਾਰੀ ਗੁਰਮਤਿ ਸਮਾਗਮ ਦੀ ਆਪ ਜੀ ਨੇ ਸੇਵਾ ਲਈ ਹੈ। ਤੁਹਾਡੀ ਕਿਰਪਾ ਦੇ ਸਦਕਾ ਸਤਿਗੁਰੂ ਜੀ ਆਪ ਜੀ ਦੇ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਹੋਏ ਹਨ। ਉਪਰੰਤ ਸਤਿਗੁਰੂ ਜੀਓ ਅੱਜ ਦੇ ਮਹੀਨੇ ਦੀ ਵਿਚਾਰ, ਗੁਰਮਤਿ ਵਿਚਾਰਾਂ ਹੋਈਆਂ ਹਨ। ਆਨੰਦ ਸਾਹਿਬ ਦੀਆਂ 6 ਪੌੜੀਆਂ ਦੇ ਪਾਠ ਦੀ ਅਰਦਾਸ ਹੈ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸਮੱਤ ਬਖਸ਼ਣੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ 'ਚ ਵਸਾਣਾ। ਸਰਬੱਤ ਸੰਗਤਾਂ ਨੂੰ ਗੁਰਸਿੱਖੀ ਵਾਲਾ ਜੀਵਨ ਨਾਮ ਬਣਨ ਪਿਆਰ ਅੰਗ ਸੰਗ ਸਹਾਇਤਾ, ਆਪਣੇ ਚਰਨਾਂ ਦੀ ਪ੍ਰੀਤ, ਪਰਿਵਾਰਾਂ ਦੀ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ। ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਿਰਪਾ ਕਰੋ, ਸੰਸਾਰ ਦਾ ਦੁੱਖ ਦੂਰ ਕਰੋ ਜੀ। ਸੰਸਾਰ ਦੇ ਅੰਦਰ ਆ ਜਿਹੜੀ ਮਹਾਮਾਰੀ ਬਿਮਾਰੀ ਫੈਲੀ ਹੈ, ਇਸ ਦਾ ਨਾਸ਼ ਕਰਕੇ ਸੁੱਖਾਂ ਦਾ ਪ੍ਰਕਾਸ਼ ਕਰਨਾ ਜੀ। ਸਰਬੱਤ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਬਖਸ਼ਣੇ। ਅਕਾਲ ਚੈਨਲ 'ਤੇ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਜੋ ਸੰਗਤਾਂ ਆਪਣਾ ਦਸਵੰਧ ਭੇਟਾ ਕਰਦੀਆਂ ਹਨ ਜੀ, ਸਰਬੱਤ ਦੀ ਅਰਦਾਸ ਹੈ ਜੀ, ਸਰਬੱਤ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸਤਿਗੁਰੂ ਜੀ ਅੱਜ ਦੀ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਆਪ ਜੀ ਦੇ ਸੇਵਕ ਹਿੰਮਤ ਕੁਮਾਰ ਅਤੇ ਬੀਬੀ ਕੁਲਵੀਰ ਕੌਰ ਜੀ, ਜਿਨ੍ਹਾਂ ਨੂੰ ਦੋਤਰੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਸ਼ੇ ਪਟੇਲ ਅਤੇ ਅਨੀਤਾ ਡੇਵਿਡ ਪਟੇਲ, ਜਿਨ੍ਹਾਂ ਨੂੰ ਬੇਟੇ ਅਵੀ ਲਿਆਮ ਪਟੇਲ ਦੀ ਦਾਤ ਬਖਸ਼ੀ ਹੈ। ਬੇਟੇ ਦੀ ਦਾਤ ਮਿਲਣ ਦੀ ਖੁਸ਼ੀ ਵਿੱਚ, ਪੁੱਤਰ ਦੀ ਦਾਤ ਮਿਲਣ ਦੀ ਖੁਸ਼ੀ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਪਰਿਵਾਰ ਵੱਲੋਂ ਭੇਟਾ ਕੀਤੀ ਗਈ ਜੀ। ਆਪ ਜੀ ਨੂੰ ਪ੍ਰਵਾਨ ਹੋਵੇ, ਭੋਗ ਲਾਵੋ। ਪ੍ਰਵਾਨੀ ਹੋਈ ਸਮੂਹ ਸੰਗਤਾਂ ਦੇ ਵਿੱਚ ਵਰਤਾਨ ਦੀ ਆਗਿਆ ਬਖਸ਼ਿਸ਼ ਕਰੋ। ਚਾਹ ਸਮੋਸੇ ਆਦਿਕ ਦੇ ਲੰਗਰ ਦੀ ਸੇਵਾ ਮਾਤਾ ਪ੍ਰਸ਼ੰਨੀ ਕੌਰ ਜੀ ਸਮੁੱਚੇ ਪਰਿਵਾਰ ਵੱਲੋਂ ਲਈ ਗਈ ਹੈ ਜੀ। ਚੜ੍ਹਦੀ ਕਲਾ ਬਖਸ਼ਣੀ, ਨਾਮ ਦੀ ਦਾਤ ਬਖਸ਼ਣੀ। ਕਲਗੀਧਰ ਪਾਤਸ਼ਾਹ ਜੀ ਅਕਾਲ ਚੈਨਲ ਨੂੰ ਅਤੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ੋ, ਮਿਹਰ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖੋ। ਸਰਬੱਤ ਦੇ ਭਲੇ ਦੇ ਲਈ ਅਰਦਾਸ ਹੈ ਜੀ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਸਾਹਿਬ ਗੁਣੀ ਗਹਿਰਾ, ਘਰ ਲਸਕਰ ਸਭ ਤੇਰਾ। ਰਖਵਾਲੇ ਗੁਰ ਗੋਪਾਲਾ, ਸਭ ਜੀ ਭੈ ਦਿਆਲਾ। ਜਪ ਅਨੰਦਰ ਹੋ ਗੁਰ ਚਰਨਾ, ਭਉ ਕਤਹਿ ਨਹੀਂ ਪ੍ਰਭ ਸਰਨਾ। ਰਹਾਉ ਤੇਰਿਆਂ ਦਾਸਾ ਹਿਰਦੈ ਮੁਰਾਰੀ, ਪ੍ਰਭ ਅਬਚਲ ਨੀਵ ਉਸਾਰੀ। ਬਲ ਧਨ ਤਕੀਆ ਤੇਰਾ, ਤੂੰ ਭਾਰੋ ਠਾਕਰ ਮੇਰਾ। ਜਿਨ ਜਿਨ ਸਾਧ ਸੰਗ ਪਾਇਆ, ਸੋ ਪ੍ਰਭ ਆਪ ਤਰਾਇਆ। ਕਰ ਕਿਰਪਾ ਨਾਮ ਰਸ ਦੀਆ, ਕੁਸਲ ਖੇਮ ਸਭ ਥੀਆ। ਹੋਏ ਪ੍ਰਭੂ ਸਹਾਈ, ਸਭ ਉਠ ਲਾਗੀ ਪਾਈ। ਸਾਸ ਸਾਸ ਪ੍ਰਭ ਧਿਆਈਐ, ਹਰ ਮੰਗਲ ਨਾਨਕ ਗਾਈਐ। ਸਾਸ ਸਾਸ ਪ੍ਰਭ ਧਿਆਈਐ, ਹਰ ਮੰਗਲ ਨਾਨਕ ਗਾਈਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਹਣੇ ਹਾਲ ਸਾ